ਸਭਨਾ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਪੂਰਾ ਠਾਠ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਸ ਪਰ ਪੰਚ ਮਹਿ ਸਾਚੇ ਨਾਮ ਕੀ ਵਡਿਆਈ। ਮਤ ਕੋ ਧਰੋ ਗੁਮਾਨਾ, ਪੂਰਾ ਠਾਠ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਸ ਪਰ ਪੰਚ ਮਹਿ ਸਾਚੇ ਨਾਮ ਕੀ ਵਡਿਆਈ। ਮਤ ਕੋ ਤਰੋ ਗੁਮਾਨਾ, ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਰਹਾਉ ਚਾਹੋ ਜੁਗਾ ਕਾ ਹੁਣ ਨਵੀੜਾ, ਨਰ ਮਾਨੁਖਾ ਨੂੰ ਏਕ ਨਿਧਾਨਾ। ਜਾਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ। ਕਾਲ ਮਹਿ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ। ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁਕੈ ਮਾਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कार योग सन्मान योग गुरु की साजी और नवाजी हुई गुरु का खास रूप गुरु खालसा साध संगत जियो धनता दे पात्र हो। अमृत वेले तो साहिब दीन दयाल पातशाह धन गुरु तेग बहादुर साहब जी दे पवित्र पावन इतिहासक स्थान ते हाजरियां भर के
ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਹੋ। ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ੀ ਹੈ। ਗੁਰਬਾਣੀ ਦੀ ਵਿਚਾਰ ਕਰਨ ਤੇ ਸੁਣਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਹ ਸਤਿਗੁਰੂ ਜੀ ਦੀ ਦਇਆ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਆਪਣਾ ਧਿਆਨ ਜੋੜੀਏ। ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਬਿਲਾਵਲ ਰਾਗ ਹੈ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਪੂਰੇ ਪਰਮੇਸ਼ਰ ਨੇ, ਅਕਾਲ ਪੁਰਖ ਪੂਰਾ ਹੈ। ਉਸ ਪੂਰੇ ਪਾਰ ਬ੍ਰਹਮ ਪਰਮੇਸ਼ਰ ਨੇ ਜਿੰਨਾ ਵੀ ਇਹ ਸੰਸਾਰ ਰਚਿਆ ਹੈ, ਇਹ ਥਾਟ ਹੈ। ਥਾਟ ਦਾ ਮਤਲਬ ਹੁੰਦਾ ਵੀ ਬਣਾਓ, ਬਣਾਣਾ। ਜਿਹੜੀ ਇਹ ਬਣਤਰ ਬਣੀ ਹੋਈ, ਇਹ ਥਾਟ ਰਚਿਆ ਹੋਇਆ ਹੈ। ਪੂਰੇ ਨੇ ਸਭ ਕੁਝ ਪੂਰਾ ਹੀ ਬਣਾਇਆ। ਪੂਰੇ ਪਰਮੇਸ਼ਰ ਨੇ ਸਭ ਕੁਝ ਪੂਰਾ ਬਣਾਇਆ। ਕੋਈ ਸ਼ੈ, ਕੋਈ ਵਸਤੂ ਪਰਮੇਸ਼ਰ ਨੇ ਅਧੂਰੀ ਨਹੀਂ ਬਣਾਈ। ਕੁਦਰਤ ਦਾ ਇਹ ਜਿਤਨਾ ਵੀ ਪ੍ਰਕਾਰ ਚੱਲ ਰਿਹਾ ਹੈ, ਪਰਮੇਸ਼ਰ ਪੂਰੇ ਨੇ ਪੂਰਾ ਬਣਾਇਆ। ਹਰ ਸ਼ੈ ਪਰਮੇਸ਼ਰ ਦੀ ਪੂਰੀ ਕੀਤੀ ਹੋਈ। ਅਧੂਰੇ ਬੰਦਿਆਂ ਦੀਆਂ ਕ੍ਰਿਤਾਂ ਅਧੂਰੀਆਂ ਹੁੰਦੀਆਂ। ਅਧੂਰੇ ਬੰਦਿਆਂ ਦੇ ਕੰਮ ਅਧੂਰੇ ਹੁੰਦੇ ਨੇ। ਪਰਮੇਸ਼ਰ ਪੂਰਾ ਹੈ, ਉਹਦਾ ਇਹ ਕੀਤਾ ਹੋਇਆ ਕੰਮ ਵੀ ਪੂਰਾ ਹੈ। ਇਹ ਥਾਟ ਉਹਦਾ ਬਣਾਇਆ ਹੋਇਆ ਹੈ। ਇਹ ਸਿਰਜਣਾ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਰਜੀ ਹੋਈ ਹੈ। ਜਿਹੜੇ ਗੁਰਮੁਖ ਨੇ ਪਰਮਾਤਮਾ ਦੇ ਬਣਾਏ ਹੋਏ ਇਸ ਥਾਟ ਵਿੱਚ ਉਸ ਪਰਮਾਤਮਾ ਨੂੰ, ਪਰਮੇਸ਼ਰ ਨੂੰ ਇੱਕ ਸਮਾਨ ਵਿਆਪਕ ਹੋਇਆ ਵੇਖਦੇ ਨੇ। ਵੇਖੋ ਏਕ ਸਮਾਨਾ। ਉਹ ਵੇਖਦੇ ਨੇ ਕਿ ਪਰਮਾਤਮਾ ਆਪਣੀ ਇਸ ਬਣਾਈ ਹੋਈ ਸਾਰੀ ਬਣਤਰ ਵਿੱਚ ਇੱਕ ਸਮਾਨ ਵਿਆਪਕ ਹੈ। ਪਰਮਾਤਮਾ ਦੀ ਚੇਤਨਾ ਸਾਰਿਆਂ ਵਿੱਚ ਇੱਕੋ ਜਿਹੀ ਹੈ। ਸਭ ਵਿੱਚ ਇੱਕੋ ਜਿਹਾ ਨਿਵਾਸ ਹੈ। ਉਹ ਨਿਰੰਕਾਰ ਵਿਧਾਤਾ ਪਾਰ ਬ੍ਰਹਮ ਪਰਮੇਸ਼ਰ ਜੋ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ, ਚਾਹੇ ਕੋਈ ਰਾਜ, ਚਾਹੇ ਕੋਈ ਭਿਖਾਰੀ ਹੈ। ਚੇਤਨਾ ਪਰਮਾਤਮਾ ਦੀ ਰਾਜੇ ਵਿੱਚ ਵੀ ਹੈ ਤੇ ਭਿਖਾਰੀ ਵਿੱਚ ਵੀ ਹੈ। ਰੋਗੀ ਵਿੱਚ ਵੀ ਹੈ ਤੇ ਡਾਕਟਰ ਵਿੱਚ ਵੀ ਹੈ। ਬ੍ਰਾਹਮਣ ਵਿੱਚ ਵੀ ਹੈ ਤੇ ਸ਼ੂਦਰ ਵਿੱਚ ਵੀ ਹੈ। ਇੱਕ ਸਮਾਨ ਉਸ ਪਰਮਾਤਮਾ ਦੀ ਜੋਤ ਸੰਸਾਰ ਦੇ ਸਮਸਤ ਜੀਵਾਂ ਵਿੱਚ ਵਿਆਪਕ ਹੈ। ਗੁਰਮੁਖ ਇਸ ਦ੍ਰਿਸ਼ਟੀ ਨਾਲ ਵੇਖਦੇ ਨੇ, ਇਸ ਪ੍ਰਕਾਰ ਨਾਲ ਵੇਖਦੇ ਨੇ ਕਿ ਪੂਰੇ ਦੀ ਬਣਾਈ ਇਹ ਬਣਤਰ ਪੂਰੀ ਹੈ।
ਔਰ ਇਸ ਬਣਾਈ ਹੋਈ ਬਣਤਰ ਦੇ ਵਿੱਚ ਉਹ ਇੱਕ ਸਮਾਨ ਪੂਰਿਆ ਹੋਇਆ ਵਿਆਪਕ ਹੈ। ਇਸ ਪਰ ਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਪਰਪੰਚ ਦੇ ਦੋ ਅਰਥ ਨੇ। ਇੱਕ ਤਾਂ ਪਰਪੰਚ ਦਾ ਅਰਥ ਹੈ ਪੰਜਾਂ ਤੱਤਾਂ ਤੋਂ ਬਣਿਆ ਇਹ ਵਰਤਾਰਾ। ਜਿਹੜਾ ਸੰਸਾਰ ਹੈ ਇਹ ਸਾਰਾ ਪੰਜਾਂ ਤੱਤਾਂ ਤੋਂ ਬਣਿਆ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਹ ਪੰਜਾਂ ਤੱਤਾਂ ਦੀ ਰਚਨਾ। ਇਹ ਸਰੀਰ ਪੰਜਾਂ ਤੱਤਾਂ ਦਾ। ਇਸ ਸਰੀਰ ਤੋਂ ਬਾਹਰ ਜੋ ਕੁਝ ਵੀ ਹੈ ਪੰਜਾਂ ਤੱਤਾਂ ਦਾ ਹੈ। ਤੋ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ ਹੋਵੇ ਉਹਨੂੰ ਕਹਿੰਦੇ ਨੇ ਪਰਪੰਚ। ਦੂਸਰਾ ਅਰਥ ਹੈ ਪਰਪੰਚ ਦਾ ਠੱਗੀ ਕਰਨੀ, ਕਿਸੇ ਨੂੰ ਠੱਗ ਲੈਣਾ। ਕਹਿੰਦੇ ਵੇਖੋ ਇਹਨੇ ਕਿਵੇਂ ਪਰਪੰਚ ਰਚਿਆ, ਠੱਗੀ ਕਰਨ ਦਾ ਬਣਾਓ ਬਣਾਣਾ। ਕਿਸੇ ਨੂੰ ਠੱਗਣ ਵਾਸਤੇ ਬਾਹਰ ਦੀ ਬਣਤਰ ਬਣਾਉਣੀ, ਉਹਨੂੰ ਵੀ ਕਹਿੰਦੇ ਨੇ ਪਰਪੰਚ। ਦਰਅਸਲ ਇਹ ਦੋਵੇਂ ਅਰਥ ਇਸ ਸੰਸਾਰ ਵਾਸਤੇ ਢੁਕਦੇ ਆ। ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ ਇਹ ਪਰਪੰਚ। ਦੂਸਰਾ ਮਨੁੱਖਾਂ ਨੂੰ ਠੱਗਣ ਵਾਸਤੇ ਪਰਮੇਸ਼ਰ ਦੀ ਮਾਇਆ ਨੇ ਇਹ ਸਾਰਾ ਪਰਪੰਚ ਰਚਿਆ ਹੋਇਆ ਜਿਹੜਾ ਵੀ ਬਾਹਰ ਨਜ਼ਰ ਆ ਰਿਹਾ ਹੈ। ਮਾਇਆ ਨੇ ਜੀਵਾਂ ਨੂੰ ਠੱਗਣ ਵਾਸਤੇ, ਮੋਹਣ ਵਾਸਤੇ ਇਹ ਸਾਰਾ ਪਰਪੰਚ ਰਚਿਆ ਹੋਇਆ, ਉਹਨੂੰ ਵੀ ਕਹਿੰਦੇ ਨੇ ਪਰਪੰਚ। ਪਾਤਸ਼ਾਹ ਕਹਿੰਦੇ ਜਿਹੜਾ ਪਰਪੰਚ ਹੈ ਨਾ ਸੰਸਾਰ, ਇਸ ਪਰਪੰਚ ਵਿੱਚ ਕੇਵਲ ਤਾਂ ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ। ਜਿਹੜਾ ਨਾਮ ਜਪਦਾ ਉਹਦੀ ਵਡਿਆਈ, ਉਹਦੀ ਸੋਭਾ ਹੈ। ਮਤਾ ਕੋਈ ਆਪਣੇ ਮਨ 'ਚ ਝੂਠ ਜਾਂ ਗੁਮਾਨ ਰੱਖੀ ਫਿਰੇ ਵੀ ਮੈਂ ਫਲਾਣੀ ਜਾਤੀ ਦਾ, ਮੇਰਾ ਉੱਤਮ ਵਰਣ ਹੈ, ਮੈਂ ਇਹ ਚੰਗੇ ਕੰਮ ਕਰਦਾ, ਇਦਾਂ ਦਾ ਗੁਮਾਨ ਆਪਣੇ ਹਿਰਦੇ 'ਚ ਕੋਈ ਪਾਲੀ ਬੈਠੇ, ਮਹਾਰਾਜ ਜੀ ਕਹਿੰਦੇ ਹੰਕਾਰ ਇਹ ਗੁਮਾਨ ਆਪਣੇ ਹਿਰਦੇ 'ਚੋਂ ਛੱਡ ਦੇ, ਕਿਉਂਕਿ ਇਸ ਪਰਪੰਚ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦੇ ਜਾਪ ਦੀ ਵਡਿਆਈ ਹੈ। ਜਿਹੜੇ ਜਪਦੇ ਨੇ ਉਹਨਾਂ ਦੀ ਸੋਭਾ ਹੁੰਦੀ ਹੈ। ਜਿਨ੍ਹਾਂ ਜਿਨ੍ਹਾਂ ਜਪਿਆ ਹੁਣ ਤਾਈਂ ਉਹਨਾਂ ਦੀ ਵਡਿਆਈ ਨਾਮ ਦੁਆਰਾ ਪ੍ਰਗਟ ਹੋ ਗਈ। ਕਿਤਨੇ ਕਿਤਨੇ ਮਹਾਤਮਾ ਮਹਾਪੁਰਸ਼ ਸੰਸਾਰ ਵਿੱਚ ਪ੍ਰਗਟ ਹਨ, ਜਿਨ੍ਹਾਂ ਦੇ ਨਾਮ ਪ੍ਰਗਟ ਹਨ, ਜਿਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਹਨ। ਉਹ ਕਿਵੇਂ ਹੋਈਆਂ ਉਹਨਾਂ ਦੀਆਂ ਯਾਦਗਾਰਾਂ ਸਥਾਪਿਤ? ਕਿਉਂਕਿ ਉਹਨਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੇ ਜਪਣ ਦੀ ਵਡਿਆਈ ਸੀ। ਤੇ ਨਾਮ ਜਪ ਕੇ ਜਿਹੜੀ ਵਡਿਆਈ ਪ੍ਰਾਪਤ ਹੁੰਦੀ ਹੈ ਉਹ ਸੱਚੀ ਵਡਿਆਈ ਹੈ। ਉਹ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਨਾਲ ਨਿਭਦੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਇਸ ਪਰਪੰਚ ਵਿੱਚ ਕੇਵਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ। ਮਤ ਕੋ ਧਰੋ ਗੁਮਾਨਾ, ਝੂਠੀਆਂ ਵਡਿਆਈਆਂ, ਝੂਠੀਆਂ ਸ਼ੌਹਰਤਾਂ ਪ੍ਰਾਪਤ ਕਰਕੇ ਇਹਦਾ ਝੂਠਾ ਗੁਮਾਨ ਆਪਣੇ ਮਨ 'ਚ ਮਤ ਚੁੱਕੀ ਫਿਰ ਇਸ ਗੁਮਾਨ ਤੇ ਹੰਕਾਰ ਨੂੰ ਆਪਣੇ ਹਿਰਦੇ 'ਚੋਂ ਛੱਡ ਦੇ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ। ਗੁਰੂ ਵਿੱਚ ਉਹੀ ਸਮਾਉਂਦਾ ਹੈ, ਗੁਰੂ ਵਿੱਚ ਉਹੀ ਅਭੇਦ ਹੁੰਦਾ ਜਿਹਨੂੰ ਗੁਰੂ ਦੀ ਦਿੱਤੀ ਮੱਤ ਆ ਜਾਏ। ਸਤਿਗੁਰਾਂ ਵਿੱਚ ਉਹੀ ਸਮਾ ਸਕਦਾ ਜਿਹਦੇ ਅੰਦਰ ਗੁਰੂ ਦੀ ਬਖਸ਼ੀ ਹੋਈ ਸਮੱਤ ਆ ਜਾਏ। ਸਤਿਗੁਰ ਕੀ ਜਿਸਨੋ ਮਤ ਆਵੈ, ਸਤਿਗੁਰਾਂ ਦੀ ਦਿੱਤੀ ਮੱਤ ਜਿਹਨੂੰ ਆ ਜਾਏ, ਸੋ ਸਤਿਗੁਰ ਮਾਹੇ ਸਮਾਨਾ। ਉਹ ਫਿਰ ਸਤਿਗੁਰਾਂ ਦੇ ਵਿੱਚ ਹੀ ਸਮਾ ਕੇ ਅਭੇਦ ਹੋ ਜਾਂਦਾ। ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਪੁਰਸ਼ ਗੁਰੂ ਸਾਹਿਬ ਦੇ ਸਰੂਪ 'ਚ ਅਭੇਦ ਹੋ ਗਏ। ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਦੇ ਦਰਸ਼ਨ ਕਰਦੇ ਆਪਣਾ ਸਰੀਰ ਤਿਆਗਦੇ ਨੇ। ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ ਉਹ ਗੁਰੂ ਵਿੱਚ ਹੀ ਸਮਾ ਗਏ। ਜਿਨ੍ਹਾਂ ਵਿੱਚ ਆਪਣੀ ਮੱਤ ਹੈ, ਜਿਨ੍ਹਾਂ ਨੇ ਆਪਣੀ ਮੱਤ ਨੂੰ ਮੂਹਰੇ ਰੱਖਿਆ ਹੋਇਆ,
ਉਹ ਗੁਰੂ ਕੀ ਮੱਤ ਦੇ ਧਾਰਨੀ ਨਹੀਂ ਹੁੰਦੇ। ਫਿਰ ਫਰਕ ਬਣਿਆ ਰਹਿੰਦਾ, ਫਿਰ ਭੇਦ ਬਣਿਆ ਰਹਿੰਦਾ, ਫਿਰ ਗੁਰੂ 'ਚ ਦਰਸ਼ਨ ਕਰਦਾ ਵੀ ਹੈ, ਗੁਰੂ ਦੇ ਮਿਲਦਾ ਵੀ ਹੈ, ਤੇ ਮਿਲਦਾ ਹੋਇਆ ਵੀ ਨਾ ਮਿਲਿਆਂ ਦੇ ਬਰਾਬਰ ਹੈ। ਜੇ ਗੁਰੂ ਦੀ ਮੱਤ ਹੀ ਨਹੀਂ ਆਈ, ਸਤਿਗੁਰਾਂ ਦੀ ਮੱਤ ਨੂੰ ਹੀ ਗ੍ਰਹਿਣ ਨਹੀਂ ਕੀਤਾ, ਤੇ ਫਿਰ ਗੁਰੂ ਨਾਲ ਕਾਹਦਾ ਮਿਲਾਪ? ਗੁਰੂ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ, ਗੁਰੂ ਨਾਲ ਮਿਲ ਕੇ ਉਹ ਅਭੇਦ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਮੱਤ ਆ ਜਾਏ। ਗੁਰ ਕੀ ਮੱਤ ਤੂੰ ਲੇਹ ਇਆਨੇ, ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਸੱਜਣਾ ਗੁਰੂ ਦੀ ਮੱਤ ਲੈ, ਸਤਿਗੁਰਾਂ ਦੀ ਮੱਤ ਲੈ, ਔਰ ਸਤਿਗੁਰਾਂ ਦੀ ਦਿੱਤੀ ਹੋਈ ਮੱਤ ਸ੍ਰੇਸ਼ਟ ਹੈ, ਸਰਵੋਤਮ ਹੈ। ਗੁਰੂ ਦੀ ਦਿੱਤੀ ਹੋਈ ਮੱਤ ਤੋਂ ਬਿਨਾਂ ਤੇਰਾ ਮਨ ਇਕਾਗਰ ਨਹੀਂ ਹੋਣਾ, ਤੇਰਾ ਮਨ ਨਹੀਂ ਟਿਕਣਾ, ਤੇਰੀ ਸੁਰਤ ਨੇ ਟਿਕਾਣੇ ਤੇ ਨਹੀਂ ਆਉਣਾ। ਪਾਤਸ਼ਾਹ ਕਹਿੰਦੇ ਜਿਸ ਨੂੰ ਸਤਿਗੁਰਾਂ ਦੀ ਮੱਤ ਆ ਗਈ, ਉਹ ਸਤਿਗੁਰਾਂ ਦੇ ਵਿੱਚ ਹੀ ਸਮਾ ਕੇ ਅਭੇਦ ਹੋ ਗਿਆ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਇਸ ਅੰਮ੍ਰਿਤਮਈ ਬਾਣੀ ਨੂੰ ਜਿਹੜਾ ਜੀਵ ਆਪਣੇ ਹਿਰਦੇ 'ਚ ਜਾਣ ਲਵੇ ਕਿ ਇਹ ਬਾਣੀ ਨਿਰੰਕਾਰ ਦਾ ਸਰੂਪ ਹੈ, ਇਹ ਬਾਣੀ ਨਿਰੰਕਾਰ ਦੇ ਘਰੋਂ ਉਤਰਿਆ ਹੋਇਆ ਇਲਹਾਮ ਹੈ, ਇਹ ਬਾਣੀ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹੈ, ਇਹ ਬਾਣੀ ਗੁਰੂ ਹੈ। ਜਿਹੜਾ ਇਸ ਗੁਰਬਾਣੀ ਦੀ ਮਹਾਨਤਾ ਨੂੰ, ਗੁਰਬਾਣੀ ਨੂੰ ਆਪਣੇ ਹਿਰਦੇ 'ਚ ਜਾਣ ਲਵੇ, ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਰਮ ਜਾਂਦਾ, ਵਸ ਜਾਂਦਾ ਹੈ। ਤਿਸ ਅੰਤਰ ਰਵੈ ਹਰ ਨਾਮਾ, ਤਿਸ ਦੇ ਅੰਦਰ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ। ਰਹਾਉ ਚਾਹੋ ਜੁਗਾ ਕਾ ਹੁਣ ਨਵੇੜਾ, ਨਰ ਮਾਨੁਖਾ ਨੋ ਏਕ ਨਿਧਾਨਾ। ਪਾਤਸ਼ਾਹ ਕਹਿੰਦੇ ਚਾਰ ਯੁੱਗਾਂ ਦਾ ਹੁਣ ਨਵੇੜੇ ਦਾ ਯੁੱਗ ਹੈ, ਇਹ ਕਲ ਯੁੱਗ, ਅੰਤਲਾ ਯੁੱਗ ਹੈ ਨਾ ਨਵੇੜੇ ਦਾ, ਇਹ ਨਵੇੜੇ ਦਾ ਯੁੱਗ ਹੈ। ਇਹਦੇ ਵਿੱਚ ਜਿਹਨੇ ਜੀਵ ਨੇ ਜੋ ਕਰਮ ਕਰਨੇ ਨੇ ਨਾਲੋਂ ਨਾਲ ਉਸ ਨੂੰ ਭੋਗਣੇ ਪੈ ਜਾਣੇ। ਇਹ ਨਵੇੜੇ ਦਾ ਯੁੱਗ ਹੈ, ਕਿਉਂਕਿ ਅਖੀਰਲਾ ਯੁੱਗ ਹੈ। ਸਤਿਯੁਗ ਤ੍ਰੇਤੇ ਦੁਆਪਰ ਤੋਂ ਬਾਅਦ ਅਖੀਰਲਾ ਯੁੱਗ ਹੈ। ਪਾਤਸ਼ਾਹ ਕਹਿੰਦੇ ਜਿਤਨੇ ਸੰਸਾਰ ਦੇ ਨਰ ਮਨੁੱਖਾ ਦਾ ਅਰਥ ਇਸਤਰੀਆਂ ਵੀ ਕੀਤਾ, ਜਿਤਨੇ ਇਸਤਰੀਆਂ ਮਰਦ ਜੀਵ ਨੇ ਸੰਸਾਰ ਵਿੱਚ, ਸਭ ਨੂੰ ਪਰਮੇਸ਼ਰ ਨੇ ਇੱਕੋ ਖਜ਼ਾਨਾ ਬਖਸ਼ਿਆ ਹੈ, ਨਾਮ ਨਿਧਾਨ। ਇੱਕੋ ਖਜ਼ਾਨਾ। ਇਹ ਨਹੀਂ ਕਿ ਇਸਤਰੀਆਂ ਵਾਸਤੇ ਕੋਈ ਹੋਰ ਗੁਰਮੰਤਰ ਹੈ ਤੇ ਜਿਹੜੇ ਮਰਦ ਨੇ ਉਹਨਾਂ ਵਾਸਤੇ ਹੋਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਮੰਤਰ ਇਸਤਰੀਆਂ ਵਾਸਤੇ ਵੀ ਉਹੀ ਹੈ ਤੇ ਪੁਰਖਾਂ ਵਾਸਤੇ ਵੀ ਉਹੀ ਹੈ। ਵਾਹਿਗੁਰੂ। ਇਹ ਅੰਮ੍ਰਿਤ ਨਾਮ ਸਤਿਗੁਰਾਂ ਦਾ ਇੱਕੋ ਖਜ਼ਾਨਾ। ਨਰ ਮਨੁੱਖਾ ਦਾ ਅਰਥ ਮਹਾਂਪੁਰਸ਼ਾਂ ਨੇ ਸ੍ਰੇਸ਼ਟ ਨਰ ਵੀ ਕੀਤਾ। ਜਿਹੜੇ ਸ੍ਰੇਸ਼ਟ ਨਰ ਹਨ, ਸ੍ਰੇਸ਼ਟ ਮਨੁੱਖ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਇੱਕ ਖਜ਼ਾਨਾ ਆਪਣੇ ਅੰਮ੍ਰਿਤ ਨਾਮ ਦਾ ਬਖਸ਼ਿਸ਼ ਕੀਤਾ ਹੈ। ਜਾਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ। ਜਤ ਰੱਖਣਾ, ਜਤੀ ਰਹਿਣਾ, ਸੰਜਮ ਮਰਿਆਦਾ ਰੱਖਣੀ, ਤੀਰਥਾਂ ਦਾ ਭਰਮਣ ਕਰਨਾ, ਯੱਗ ਕਰਨੇ, ਪੂਜਾ ਕਰਨੀ, ਕਿਤਨੇ ਪ੍ਰਕਾਰ ਦੇ ਕਰਮ ਕਾਂਡ। ਇਹ ਸਾਰੇ ਕਰਮ ਕਾਂਡ ਉਹਨਾਂ ਯੁੱਗਾਂ ਦਾ ਧਰਮ ਸੀ, ਸਤਿਯੁਗ ਤ੍ਰੇਤੇ ਤੇ ਦੁਆਪਰ ਦਾ। ਇਹ ਉਹਨਾਂ ਯੁੱਗਾਂ ਦੇ ਧਰਮ ਨੇ, ਉਦੋਂ ਇਹ ਕਰਨੇ ਪੈਂਦੇ ਸੀ। ਹਰ ਯੁੱਗ ਦਾ ਆਪੋ ਆਪਣਾ ਧਰਮ ਹੈ, ਆਪਣੀ ਆਪਣੀ ਮਰਿਆਦਾ ਹੈ। ਸਤਿਯੁਗ ਤ੍ਰੇਤੇ ਦੁਆਪਰ ਦੀ ਜਿਹੜੀ ਮਰਿਆਦਾ ਸੀ ਇਹੀ ਸੀ, ਜਤ ਰੱਖਣਾ, ਸੰਜਮ ਰੱਖਣਾ, ਤੀਰਥਾਂ ਤੇ ਭਰਮਣ ਕਰਨਾ, ਤੀਰਥਾਂ ਤੇ ਹੀ ਰਹਿਣਾ, ਹਵਨ ਕਰਨੇ, ਤਪ ਕਰਨਾ,
ਕਿਤਨੇ ਪ੍ਰਕਾਰ ਦੇ ਕਰਮ ਕਾਂਡ ਨੇ ਜਿਹੜੇ ਦੱਸੇ ਜਾਂਦੇ ਸੀ। ਇਹ ਸਾਰੇ ਕਰਮ ਕਾਂਡ ਉਹਨਾਂ ਯੁੱਗਾਂ ਦੇ ਧਰਮ ਸਨ, ਪਰ ਆ ਜਿਹੜਾ ਕਲੀ ਕਾਲ ਦਾ ਕਲਯੁਗ ਹੈ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹਦਾ ਆਪਣਾ ਧਰਮ ਹੈ। ਕਲਯੁਗ ਦਾ ਧਰਮ ਕੀ ਹੈ ਦੱਸਦੇ ਹਨ। ਕਾਲ ਮਹਿ ਕੀਰਤ ਹਰ ਨਾਮਾ। ਕਲਯੁਗ ਦਾ ਧਰਮ ਹੈ ਕਿ ਇਸ ਕਲੀ ਕਾਲ ਵਿੱਚ ਪਰਮੇਸ਼ਰ ਦੀ ਕੀਰਤੀ ਤੇ ਹਰੀ ਦਾ ਨਾਮ ਜਪਣਾ, ਇਹ ਕਲਯੁਗ ਦਾ ਧਰਮ ਹੈ। ਜਤ ਰੱਖਣਾ, ਮਰਿਆਦਾ ਰੱਖਣੀ, ਸੰਜਮ ਚ ਰਹਿਣਾ, ਤੀਰਥਾਂ ਤੇ ਭਰਮਣ ਕਰਨਾ, ਯੱਗ ਕਰਨੇ, ਇਹ ਸਾਰੇ ਉਹਨਾਂ ਯੁੱਗਾਂ ਦੇ ਧਰਮ ਸੀ। ਕਲਯੁਗ ਦਾ ਇੱਕੋ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਤੇ ਅਕਾਲ ਪੁਰਖ ਦੀ ਕੀਰਤੀ ਕਰਨੀ। ਕਾਲ ਮਹਿ ਕੀਰਤ ਹਰ ਨਾਮਾ। ਇਸ ਕਲੀ ਕਾਲ ਵਿੱਚ ਹਰੀ ਦੀ ਕੀਰਤੀ ਕਰਨੀ ਤੇ ਪਰਮੇਸ਼ਰ ਦਾ ਨਾਮ ਜਪਣਾ ਹੈ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਹਰ ਯੁੱਗ ਵਿੱਚ ਆਪੋ ਆਪਣਾ ਧਰਮ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ। ਹਰ ਯੁੱਗ ਦਾ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਕਹਿੰਦੇ ਭਾਈ ਵੇਦਾਂ ਤੇ ਪੁਰਾਣਾਂ ਵਿੱਚ ਤੁਸੀਂ ਵੇਖ ਲਓ, ਘੋਖ ਕੇ ਉਹਦੇ ਵਿੱਚ ਵੀ ਲਿਖਿਆ ਕਿ ਸਤਯੁਗ ਦਾ ਧਰਮ ਕੀ ਹੈ, ਤ੍ਰੇਤੇ ਦਾ ਕੀ ਹੈ, ਦੁਆਪਰ ਦਾ ਕੀ ਹੈ ਤੇ ਕਲਯੁਗ ਦਾ ਕੀ ਹੈ। ਵੇਦਾਂ ਪੁਰਾਣਾਂ 'ਚ ਬਕਾਇਦਾ ਉਹਨਾਂ ਦੀ ਮਰਿਆਦਾ ਲਿਖੀ ਹੈ, ਸਾਰੇ ਯੁੱਗਾਂ ਦੀ, ਉਹਨਾਂ ਯੁੱਗਾਂ ਦੀ ਉਮਰ ਲਿਖੀ ਹੈ, ਉਹਨਾਂ ਦੀ ਮਰਿਆਦਾ ਲਿਖੀ ਹੈ। ਕਹਿੰਦੇ ਭਾਈ ਤੁਸੀਂ ਵੇਦ ਪੁਰਾਣ ਘੋਖ ਕੇ ਵੇਖ ਲਓ, ਵੀ ਕਹਿੰਦੇ ਨੇ ਕਿ ਕਲੀ ਕਾਲ ਦੇ ਇਸ ਕਲਯੁਗ ਦੇ ਸਮੇਂ ਵਿੱਚ ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ ਜਪਣਾ ਤੇ ਉਹਦੀ ਕੀਰਤੀ ਕਰਨੀ, ਇਹ ਕਲਯੁਗ ਦਾ ਧਰਮ ਹੈ। ਗੁਰਮੁਖ ਜਿਨੀ ਤੇ ਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਜਿਨ੍ਹਾਂ ਗੁਰਮੁਖਾਂ ਨੇ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਇਆ ਹੈ, ਜਿਨ੍ਹਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਨੂੰ ਜਪਿਆ, ਉਸ ਨੂੰ ਧਿਆਇਆ ਹੈ, ਉਹਨਾਂ ਦਾ ਇਸ ਜਗ ਤੇ ਆਉਣਾ ਪ੍ਰਵਾਨ ਹੈ। ਉਹ ਪੂਰੇ ਨੇ ਔਰ ਉਹਨਾਂ ਦਾ ਆਉਣਾ ਸੰਸਾਰ 'ਚ ਪ੍ਰਵਾਨ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਉਹਦਾ ਇਹ ਸੰਸਾਰ ਵਿੱਚ ਆਇਆ ਸਫਲ ਹੈ, ਜਿਹੜਾ ਆਪਣੀ ਰਸਨਾ ਤੋਂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦਾ ਜਾਪ ਜਪਦਾ, ਉਹਦਾ ਇਹ ਸੰਸਾਰ ਵਿੱਚ ਆਉਣਾ ਪ੍ਰਵਾਨ ਹੈ, ਉਹਦੀ ਜ਼ਿੰਦਗੀ ਸਫਲ ਹੈ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਈ, ਚੂਕੈ ਮਨ ਅਭਿਮਾਨਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਆਪਣੇ ਉਸ ਸੱਚੇ ਸਾਹਿਬ ਅਕਾਲ ਪੁਰਖ ਪਰਮੇਸ਼ਰ ਨਾਲ ਪ੍ਰੀਤ ਲਾ ਲਈ, ਉਹਨਾਂ ਦੇ ਮਨ ਚੋਂ ਅਭਿਮਾਨ ਚੁੱਕਿਆ ਗਿਆ। ਚੁੱਕਾ ਮਨ ਅਭਿਮਾਨਾ, ਉਹਨਾਂ ਦੇ ਹਿਰਦਿਆਂ ਚੋਂ ਅਭਿਮਾਨ ਦੂਰ ਹੋ ਗਿਆ। ਜਿਨ੍ਹਾਂ ਦੀ ਉਸ ਸੱਚੇ ਨਾਲ ਪ੍ਰੀਤ ਲੱਗੀ, ਸੱਚੇ ਨਾਲ ਪ੍ਰੀਤ ਜੁੜੀ, ਉਹਨਾਂ ਨੇ ਝੂਠੇ ਅਭਿਮਾਨ ਆਪਣੇ ਹਿਰਦੇ ਚੋਂ ਤਿਆਗ ਦਿੱਤੇ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਕਹਿੰਦੇ ਕਹਿੰਦਿਆਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦਿਆਂ ਸੁਣਦਿਆਂ ਕਹਿੰਦੇ ਸਾਰੀ ਸੁਖ ਪ੍ਰਾਪਤ ਹੋ ਜਾਂਦੇ ਹਨ। ਨਾਮ ਜਪੀਏ ਤੇ ਨਾਮ ਸੁਣੀਏ, ਕਹਿੰਦਿਆਂ ਵੀ ਤੇ ਸੁਣਦਿਆਂ ਵੀ ਸੁਖ ਪ੍ਰਾਪਤ ਹੁੰਦਾ। ਮਾਨਤ ਪਾਹੇ ਨਿਧਾਨਾ। ਤੇ ਜਿਹੜੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਨੂੰ ਮੰਨਦੇ ਨੇ, ਗੁਰੂ ਸਾਹਿਬ ਦੇ ਨਾਮ ਨੂੰ ਮੰਨਦੇ ਨੇ, ਉਹਨਾਂ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਨਿਧਾਨਾ ਕਹਿੰਦੇ ਆ ਖਜ਼ਾਨਿਆਂ ਨੂੰ, ਉਹਨਾਂ ਨੂੰ ਸਾਰੇ ਨਿਧਾਨ, ਸਾਰੇ ਹੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਹਿੰਦੇ ਸਾਰਾ ਕੁਝ ਉਹਨਾਂ ਦੀ ਹੱਥ ਦੀ ਤਲੀ ਤੇ ਆ ਜਾਂਦਾ ਹੈ।
ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਨੇ, ਸੁਣਦੇ ਨੇ, ਮੰਨਦੇ ਨੇ,